ਭਲੇ। ਇਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ। ਸੰਤ ਜ ਪਾਵੈ ਨਾਮ, ਐਸਾ ਗੁਰ ਵਡ ਭਾਗੀ ਪਾਇਆ। 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 ਐਸਾ ਗੁਰ ਵਡ ਭਾਗੀ। ਸਾਰੇ ਕਰੋ ਕਿਰਪਾ ਤਾਂ ਕਿ ਸਾਡਾ ਮਨ ਇਕਾਗਰ ਵੀ ਹੋਵੇ ਅਤੇ ਇਸ ਤਰ੍ਹਾਂ ਦਾ ਗੁਰੂ ਦਰਬਾਰ ਦਾ ਇਹ ਵਾਤਾਵਰਣ ਬਣੇ ਕਿ ਅਸੀਂ ਕੁਝ ਚਿੰਤਨ ਕਰਨ ਵਾਲੀ ਆਪਣੇ ਅੰਦਰ ਅਵਸਥਾ ਪੈਦਾ ਕਰ ਸਕੀਏ। ਨਹੀਂ ਤਾਂ ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ। ਨਹੀਂ ਤਾਂ ਸਮਾਂ ਬੀਤ ਜਾਏਗਾ। ਸਮੇਂ ਨੇ ਆਪਣੇ ਰਫ਼ਤਾਰ ਚੱਲਣਾ ਹੈ। ਬੜੀ ਸੋਹਣੀ ਗੱਲ ਸਾਨੂੰ ਵਿਦਵਾਨਾਂ ਨੇ ਸਮਝਾਈ ਹੈ ਕਿ ਕਦੇ ਵੀ ਸਮਾਂ ਪਾਸ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਸਮੇਂ ਨੇ ਸਾਡੇ ਤੋਂ ਪਹਿਲਾਂ ਸਾਡੇ ਵਰਗੇ ਕਈ ਪਾਸ ਕੀਤੇ ਨੇ। ਇਹ ਆਪਣੀ ਚਾਲ ਚੱਲਦਾ ਹੈ। ਇਹ ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਅੱਜ ਇਸ ਦੀਨ ਦੁਨੀਆ ਦੇ ਪਾਤਸ਼ਾਹ ਦੇ ਦਰਬਾਰ ਵਿੱਚ ਆਪਾਂ ਸੱਜ ਬੈਠੇ ਹਾਂ, ਉਹਨਾਂ ਨੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ। ਸੋ ਸਾਰੇ ਰਸਨਾ ਪਵਿੱਤਰ ਕਰੋ। ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ। ਭੂਲੇ ਮਾਰਗ ਜਿਨੈ ਬਤਾਇਆ। ਭੂਲੇ ਮਾਰਗ ਜਿਨੈ ਬਤਾਇਆ। ਭੂਲੇ ਮਾਰਗ ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਡੇ ਵੀਰ ਭਾਈ ਰਜਿੰਦਰ ਸਿੰਘ ਜੀ ਚੱਡਾ, ਜਿਨ੍ਹਾਂ ਨਾਲ ਸੱਚਮੁੱਚ ਤਕਰੀਬਨ 25 ਸਾਲ ਪੁਰਾਣੀ ਸਾਂਝ ਹੈ, ਔਰ ਇਹ ਇਸ ਸੰਸਥਾ ਦੇ ਨਾਲ ਜੋ ਅਕਾਲ ਟਰਸਟ ਬੜੂ ਸਾਹਿਬ ਦੇ ਨਾਂ ਤੋਂ ਧਰਮ ਦੇ ਪ੍ਰਚਾਰ ਪ੍ਰਸਾਰ ਦਾ, ਵਿਸ਼ੇਸ਼ ਕਰਕੇ ਵਿਦਿਆ ਦਾ ਇੱਕ ਕੇਂਦਰ ਬਣਿਆ ਹੋਇਆ ਹੈ,
ਔਰ ਮੈਂ ਸਮਝਦਾ ਕਿ ਇਸ ਮਹਿਲ ਦੀ ਉਸਾਰੀ ਵਿੱਚ ਜਿੱਥੇ ਉਹਨਾਂ ਮਹਾਂਪੁਰਖਾਂ ਨੇ ਆਪਣੀ ਕਾਲ ਆਪਣੀ ਕਮਾਈ ਪਾਈ ਹੈ, ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ, ਜਿਨ੍ਹਾਂ ਨੂੰ ਇਹ ਮਾਰਗ ਦਰਸ਼ਨ ਮਹਾਨ ਸੰਤ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਤੋਂ ਪ੍ਰਾਪਤ ਹੋਇਆ। ਮੇਰੇ ਵੇਖਦਿਆਂ ਵੇਖਦਿਆਂ ਰਜੌਰੀ ਗਾਰਡਨ ਦਾ ਅਸਥਾਨ, ਜੋ ਕਦੇ ਬਿਲਕੁਲ ਛੋਟਾ ਜਿਹਾ ਹੁੰਦਾ ਸੀ, ਮੈਂ ਖੁਦ ਕਥਾ ਕਰਨ ਜਾਂਦਾ ਸੀ, ਅੱਜ ਉਹ ਇਸ ਸੰਸਥਾ ਦਾ ਇੱਕ ਬਹੁਤ ਵੱਡਾ ਦਫ਼ਤਰ ਬਣਿਆ ਹੋਇਆ ਹੈ। ਜਾਂ ਇਉਂ ਵੀ ਕਹਿ ਲਈਏ ਕਿ ਇਹ ਉਹ ਕੇਂਦਰ ਹੈ ਜਿੱਥੋਂ ਇਹ ਸਾਰੀ ਸੰਸਥਾ ਦੀਆਂ ਗਰਾਰੀਆਂ ਘੁੰਮਦੀਆਂ ਨੇ। ਇੱਕ ਗੱਲ ਮੈਂ ਬੜੀ ਨਿਮਰਤਾ ਨਾਲ ਕਹਿਣੀ ਚਾਹੁੰਦਾ, ਕਿਉਂਕਿ ਜਿਹੜਾ ਸੰਤ ਸ਼ਬਦ ਹੈ ਇਹ ਕਿਸੇ ਮਨੁੱਖ ਦਾ ਪੈਦਾ ਕੀਤਾ ਹੋਇਆ ਨਹੀਂ। ਸਤਿਗੁਰੂ ਦੀ ਬਾਣੀ ਨੇ ਇਸ ਨੂੰ ਪ੍ਰਮਾਣ ਹੀ ਨਹੀਂ ਕੀਤਾ, ਸਗੋਂ ਇਸ ਦੀ ਮਹਿਮਾ ਵੀ ਗਾਈ ਹੈ, ਔਰ ਵਿਸ਼ੇਸ਼ ਕਰਕੇ ਸਾਨੂੰ ਨਿਸ਼ਾਨੀਆਂ, ਸਾਨੂੰ ਲੱਛਣ ਵੀ ਦੱਸੇ ਨੇ, ਕਿਉਂਕਿ ਹਰ ਵਿਅਕਤੀ ਸੰਤ ਨਹੀਂ ਹੋ ਸਕਦਾ। ਮੈਨੂੰ ਇਹ ਗੱਲ ਹਮੇਸ਼ਾ ਚੰਗੀ ਲੱਗਦੀ ਹੈ ਕਿ ਮੈਂ ਸੰਗਤ ਨਾਲ ਸਾਂਝੀ ਕਰਾਂ। ਇੱਕ ਵੇਲਾ ਸੀ ਜਦੋਂ ਹਿੰਦੁਸਤਾਨ ਦੀ ਨਰਸਿਮਹਾ ਰਾਓ ਦੀ ਸਰਕਾਰ ਸੀ ਤੇ ਇੱਕ ਵਿਅਕਤੀ ਉਸ ਸਰਕਾਰ ਨੂੰ ਪਿੱਛੇ ਬੈਠ ਕੇ ਚਲਾਉਂਦਾ ਸੀ। ਪਤਾ ਨਹੀਂ ਉਸਨੇ ਕਿੰਨੇ ਅਰਬਾਂ ਖਰਬਾਂ ਦੀ ਸਮੱਗਰੀ ਉਸ ਪ੍ਰਧਾਨ ਮੰਤਰੀ ਦੀ ਕੋਠੀ ਵਿੱਚ ਬੈਠ ਕੇ ਅਗਨ ਭੇਟ ਕੀਤੀ ਹੋਣੀ ਹੈ। ਪਰ ਇੱਕ ਚੀਜ਼ ਉਹਦੀ ਜਿਹੜੀ ਮੈਨੂੰ ਚੰਗੀ ਲੱਗਦੀ ਉਹ ਇਹ ਸੀ, ਉਹਦਾ ਨਾਂ ਸੀ ਚੰਦਰਾ ਸੁਆਮੀ। ਉਹ ਜਦੋਂ ਵੀ ਆਪਣਾ ਨਾਮ ਦੂਜਿਆਂ ਨੂੰ ਦੱਸਦਾ ਸੀ, ਆਪਣੀ ਪਹਿਚਾਣ ਦੂਜਿਆਂ ਦੇ ਨਾਲ ਕਰਦਾ ਸੀ, ਕਦੇ ਆਪਣੇ ਆਪ ਨੂੰ ਸੰਤ ਨਹੀਂ ਸੀ ਕਹਿੰਦਾ। ਔਰ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਅੱਜ ਵੀ ਤੁਸੀਂ ਉਹਦਾ ਨਾਮ ਪੜ੍ਹੋ, ਉਹ ਆਪਣੇ ਨਾਮ ਦੇ ਨਾਲ ਲਿਖਦਾ ਸੀ ਤਾਂਤਰਿਕ ਚੰਦਰਾ ਸੁਆਮੀ। ਅਗਰ ਤੁਸੀਂ ਤਾਂਤਰਿਕ ਹੋ ਤੇ ਤਾਂਤਰਿਕ ਕਹੋ, ਆਪਣੇ ਆਪ ਨੂੰ ਕੋਈ ਗੁਨਾਹ ਥੋੜਾ। ਪਰ ਹੋਣਾ ਤਾਂਤਰਿਕ ਤੇ ਕਹਿਣਾ ਸੰਤ। ਮੈਂ ਪਹਿਲਾਂ ਭਗਤ ਕਬੀਰ ਜੀ ਦਾ ਸ਼ਲੋਕ ਪੜ੍ਹਿਆ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਲੱਖਾਂ ਹੀ ਲੋਕਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼, ਇਸ ਅੰਮ੍ਰਿਤ ਦੀ ਦਾਤ ਦੇ, ਇਸ ਖੰਡੇ ਬਾਟੇ ਦੀ ਪੌਲ ਦੇ ਅਧਿਕਾਰੀ ਬਣਾਉਣ ਵਿੱਚ ਬਹੁਤ ਵੱਡੀ ਸੇਵਾ ਕੀਤੀ। ਮੈਂ ਅੱਜ ਪੜ੍ਹ ਰਿਹਾ ਸੀ, ਕਦੇ ਕੋਈ ਜਾਰਜ ਪੰਚਮ ਵਰਗਾ ਆਪਣੀ ਤਾਜਪੋਸ਼ੀ ਦੇ ਸਮੇਂ ਉਹਨਾਂ ਮਹਾਪੁਰਖਾਂ ਕੋਲੋਂ ਅਸੀਸ ਲੈਣੀ ਚਾਹੁੰਦਾ ਹੈ। ਕਦੇ ਬਨਾਰਸ ਦੇ ਹਿੰਦੂ ਜਿਹੜੇ ਨੇ ਉਹ ਆਪਣੀ ਯੂਨੀਵਰਸਿਟੀ ਦਾ ਉਹਨਾਂ ਕੋਲੋਂ ਨੀਂਹ ਪੱਥਰ ਰਖਾਉਣਾ ਚਾਹੁੰਦੇ ਨੇ।
मैं ये गल मंजी साहब तो भी बेनती की सी, ਅੱਜ ਦੀ 20 ਤਰੀਕ ਵਿੱਚ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ ਛੋਟੀ ਚੋਰੀ ਤੋਂ ਲੈ ਕੇ ਬਹੁਤ ਵੱਡੀਆਂ ਘਰਾਂ ਦੀਆਂ ਲੜਾਈਆਂ ਤੱਕ ਇੱਕ ਗੱਲ ਤੇ ਆ ਕੇ ਮੁਕਾ ਲੈਂਦੇ ਨੇ। ਕਹਿੰਦੇ ਭਾਈ ਤੂੰ ਗੁਰਦੁਆਰੇ ਜਾ ਕੇ ਮਹਾਰਾਜ ਦੇ ਕੋਲ ਸਹੁੰ ਚੁੱਕੇਗਾ? ਉਹ ਕਹਿੰਦਾ ਨਹੀਂ, ਮੈਂ ਸਹੁੰ ਨਹੀਂ ਚੁੱਕਾਂਗਾ। ਫਿਰ ਕੀ ਕਾਰਨ ਹੋ ਗਿਆ ਕਿ ਅੱਜ ਥਾਂ ਪਰ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਗਈ? ਡਰ ਨਹੀਂ ਲੱਗਿਆ? ਕ੍ਰਿਮੀਨਲ ਆਦਮੀ ਗੁਰਦੁਆਰੇ ਜਾ ਕੇ ਸਹੁੰ ਨਹੀਂ ਸੀ ਚੁੱਕਦਾ, ਡਰਦਾ ਸੀ। ਪਰ ਅੱਜ ਅਸੀਂ ਇਤਨੇ ਬੇਖੌਫ ਹੋ ਗਏ, ਇਤਨੇ ਬੇਅਦਬ ਹੋ ਗਏ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾ ਕੇ ਸੱਚ ਝੂਠ ਦਾ ਨਿਬੇੜਾ ਲੋਕ ਕਰਦੇ, ਅੱਜ ਉਸ ਮਹਾਰਾਜ ਦੇ ਸਰੂਪ ਦਾ ਅਨਾਦਰ, ਉਹ ਵੀ ਗਲੀਆਂ ਤੇ ਬਾਜ਼ਾਰਾਂ ਵਿੱਚ ਪੱਤਰਾ ਕਰਕੇ ਪਾੜ ਸੁੱਟਣਾ। ਕਿਤੇ ਕਮੀ ਨਹੀਂ ਆ ਗਈ? ਕਦੇ ਮੇਰੀ ਕੌਮ ਦੇ ਵਿੱਚ ਐਸੇ ਸੰਤ ਕਿ ਕੋਈ ਜਾਰਜ ਪੰਚਮ ਵਰਗਾ ਕਹਿੰਦਾ ਮੇਰੀ ਤਾਜਪੋਸ਼ੀ ਤੇ ਆ ਕੇ ਤੁਸੀਂ ਦੋ ਸ਼ਬਦ ਕਹੋ। ਕਦੇ ਹਿੰਦੁਸਤਾਨ ਦੇ ਸਨਾਤਨ ਮਤ ਵਾਲੇ ਕਹਿੰਦੇ ਨੇ ਯੂਨੀਵਰਸਿਟੀ ਸਾਡੀ ਹੈ, ਨੀਂਹ ਪੱਥਰ ਤੁਸੀਂ ਰੱਖ ਦਿਓ। ਹੁਣ ਇਹ ਵੀ ਤੇ ਇੱਕ ਸੰਤ ਦੀ ਕਰਨੀ ਹੈ ਨਾ। ਮੈਂ ਫਿਰ ਬੇਨਤੀ ਕਰਾਂ, ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ ਬਕਾਇਦਾ ਅਸ਼ਟਪਦੀਆਂ ਉਚਾਰੀਆਂ ਨੇ, ਸੰਤ ਲਈ, ਸਾਧੂ ਲਈ, ਬ੍ਰਹਮ ਗਿਆਨੀ ਲਈ। ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਤੁਸੀਂ ਚੰਦਰਾ ਸੁਆਮੀ ਹੋ ਤੇ ਤਾਂਤਰਿਕ ਲਿਖੋ, ਸੰਤ ਨਾ ਲਿਖੋ। ਧਾਗੇ ਦੇਣੇ, ਸੁਆਦੀਆਂ ਪੁੜੀਆਂ ਦੇਣੀਆਂ, ਅਗਰਬੱਤੀਆਂ ਧੂਪ ਬੱਤੀਆਂ ਦੇਣੀਆਂ, ਇਹ ਸੰਤ ਦਾ ਕੰਮ ਹੈ। ਸੰਤ ਜਪਾਵੇ ਨਾ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾੜੜੇ ਸੇਈ ਹੋਂ ਟੁੜੇਂਦੀ ਜਗ ਸੁਭਾਇਆ। ਜਨ ਨਾਨਕ ਵਿਰਲੇ ਕੇ, ਬਹੁਤ ਘੱਟ, ਬਹੁਤ ਥੋੜੇ ਹੈਨ ਵਿਰਲੇ, ਨਾਹੀ ਘਣੇ ਫੈਲ ਫੱਕੜ ਸੰਸਾਰ। ਭਰੀ ਪਈ ਦੁਨੀਆ ਝੂਠਿਆਂ ਦੇ ਨਾਲ, ਗੱਜ ਸਾਢੇ ਤੈ ਧੋਤੀਆਂ, ਤੇਹਰੇ ਪਾਇਨ ਤਗ ਗਲੀ ਜਿਨਾਂ ਜਪ ਮਾਲੀਆਂ, ਲੋਟੇ ਹੱਥ ਨਬਗ ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਬੇਈਮਾਨ ਆਦਮੀ ਸੰਤ ਨਹੀਂ ਹੋ ਸਕਦਾ। ਸੰਤ ਬਾਬਾ ਤੇਜਾ ਸਿੰਘ ਹੋਰੀ ਇੱਕ ਬੜੇ ਸੌਖੇ ਪਰਿਵਾਰ ਵਿੱਚੋਂ, ਭਾਈ ਰਲਾ ਸਿੰਘ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਬੜੇ ਸੌਖੇ ਮਾਹੌਲ ਵਿੱਚ ਉਹਨਾਂ ਦੀ ਪਾਲਣਾ ਪੋਸ਼ਣਾ ਹੁੰਦੀ ਹੈ। 1877 ਵਿੱਚ, ਉਸ ਭਲੇ ਸਮੇਂ ਵਿੱਚ ਸਨ 1900 ਤੱਕ ਉਹ ਐਮਏ ਵੀ ਕਰ ਜਾਂਦੇ ਨੇ, LLB ਵੀ ਕਰ ਜਾਂਦੇ ਨੇ। ਔਰ ਸਨ 1901 ਦੇ ਵਿੱਚ ਉਹ ਪੰਜਾਬ ਦੇ ਵਿੱਚ ਟੌਪ ਵੀ ਕਰ ਜਾਂਦੇ ਨੇ। ਉਹ ਜਾ ਕੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ। जिनका दिन मनाते हो तिनका इरशाद भी समझो, जिनका दिन मनाते हो तिनकी बात भी समझो। मैनू पता है मेरी कौम दे विच बहुत गिणती संत सेवी परिवारां दी है। इस शब्द के प्रति इतनी आस्था है, इतनी श्रद्धा है, इतना प्यार है, इतना विश्वास है क्योंकि असी उन्हां दी करनी नूं संत अतर सिंह होरां दे जीवन विचों वेख्या होया है।
ਸੰਤ ਤੇਜਾ ਸਿੰਘ ਜੀ ਦੀ ਜ਼ਿੰਦਗੀ ਵਿੱਚੋਂ ਅਸੀਂ ਵੇਖਿਆ ਹੋਇਆ ਹੈ। ਅਸੀਂ ਬਾਬਾ ਸੁੰਦਰ ਸਿੰਘ ਹੋਰਾਂ ਦੀ ਜ਼ਿੰਦਗੀ ਵਿੱਚੋਂ ਉਸ ਨੂੰ ਵੇਖਿਆ ਹੋਇਆ ਹੈ। ਅਸੀਂ ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੀ ਜ਼ਿੰਦਗੀ ਵਿੱਚੋਂ ਉਸ ਨੂੰ ਵੇਖਿਆ ਹੋਇਆ ਹੈ। ਅਸੀਂ ਬਾਬਾ ਆਨੰਦ ਸਿੰਘ ਜੀ ਦੀ ਜ਼ਿੰਦਗੀ ਵਿੱਚੋਂ, ਬਾਬਾ ਈਸ਼ਰ ਸਿੰਘ ਜੀ ਦੀ ਜ਼ਿੰਦਗੀ ਵਿੱਚੋਂ ਇਸ ਨੂੰ ਵੇਖਿਆ ਹੋਇਆ ਹੈ। ਔਰ ਉਹਨਾਂ ਦੀ ਕਰਨੀ ਕਮਾਣੀ ਨੂੰ ਵੇਖਣ ਤੋਂ ਬਾਅਦ ਜਦੋਂ ਸਤਿਗੁਰੂ ਦੇ ਇਹ ਬਚਨ ਸਾਡੇ ਸਰਵਣਾ ਵਿੱਚ ਪੈਂਦੇ ਨੇ ਕਿ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਾਡੀ ਜ਼ੁਬਾਨ ਡਰਦੀ ਹੈ, ਸਾਡਾ ਦਿਲ ਕੰਬਦਾ ਹੈ। ਅਸੀਂ ਇਸ ਸ਼ਬਦ ਦੇ ਪ੍ਰਤੀ ਕਿਤੇ ਕੋਈ ਅਵਗਿਆ ਨਾ ਕਰ ਬੈਠੀਏ। ਸਾਡੇ ਤੋਂ ਕਿਤੇ ਗਲਤੀ ਨਾ ਹੋ ਜਾਏ। ਕਿਉਂਕਿ ਇਹ ਸ਼ਬਦ ਇਤਨਾ ਪਵਿੱਤਰ ਹੈ। ਇਹ 3 ਅੱਖਰਾਂ ਤੋਂ ਬਣਿਆ ਹੈ, ਸੱਸੇ ਤੋਂ, ਨੰਨੇ ਤੋਂ, ਤੱਤੇ ਤੋਂ। ਔਰ ਇਹ ਨਾਮ ਆਪਣੇ ਆਪ ਦੇ ਵਿੱਚ ਮੈਨੇ ਲੈ ਕੇ ਬੈਠਾ, ਅਰਥ ਲੈ ਕੇ ਬੈਠਾ। ਇਸ ਪਦ ਦਾ ਅਧਿਕਾਰੀ ਉਹ ਹੈ ਜਿਹਦੇ ਕੋਲ ਸਿਮਰਨ ਹੈ। ਇਸ ਪਦ ਦਾ ਅਧਿਕਾਰੀ ਉਹ ਹੈ ਜਿਹਦੇ ਕੋਲ ਨਿਮਰਤਾ ਹੈ। ਇਸ ਪਦ ਦਾ ਅਧਿਕਾਰੀ ਉਹ ਹੈ ਜਿਹਦੇ ਕੋਲ ਤਿਆਗ ਹੈ। ਮੱਲਾ ਮਾਰਨ ਵਾਲੇ ਦਾ ਨਾਂ ਸੰਤ ਨਹੀਂ ਹੈ। ਕਰੋੜਾਂ ਦੀ ਟਰਨਓਵਰ ਗਿਣਨ ਵਾਲਾ ਸੰਤ ਨਹੀਂ ਹੋ ਸਕਦਾ, ਬਹੁਤ ਵਧੀਆ ਵਪਾਰੀ ਹੋ ਸਕਦਾ। ਸਾਡੇ ਬਜ਼ੁਰਗਾਂ ਨੂੰ ਕੁਝ ਵੀ ਨਹੀਂ ਸੀ ਆਉਂਦਾ, ਪਰ ਉਹਨਾਂ ਨੂੰ ਇੱਕ ਗੱਲ ਦਾ ਪਤਾ ਸੀ ਕਿ ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ। ਮੋٹے-ਮੋٹے 2-4 ਫਾਰਮੂਲੇ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸਿੱਖੇ ਸੀ। ਕਹਿੰਦੇ ਹੋਵੇ ਸਾਧੂ ਤੇ ਉਹਨੂੰ ਸਵਾਦਾਂ ਨਾਲ ਕੀ ਹੈ ਬਈ, ਉਹਨੇ ਕੀ ਲੈਣਾ। ਅਮਰੀਕਾ ਦੀਆਂ ਯੂਨੀਵਰਸਿਟੀਆਂ ਦਾ ਪੜ੍ਹਿਆ, ਦੱਸੋ ਨੇ ਹਿਮਾਚਲ ਦੇ ਜੰਗਲਾਂ ਤੋਂ ਉਹਨੇ ਕੀ ਲੈਣਾ। ਅੱਜ ਅਸੀਂ ਇਹ ਐਡਰੈਸ ਦੇ ਕੇ ਕਿ ਮੈਂ ਅਮਰੀਕਾ 'ਚ ਰਹਿਣਾ ਜੀ, ਅਸੀਂ ਉਦਾਂ ਹੀ ਹੰਕਾਰ ਚੁੱਕੀ ਫਿਰਦੇ ਹਾਂ। ਅਸੀਂ ਸੋਚਦੇ ਵੀ ਸ਼ਾਇਦ ਦੂਜੀ ਦੁਨੀਆ ਤੇ ਸ਼ਾਇਦ ਪੈਦਾ ਹੀ ਨਹੀਂ ਹੋਈ। ਕਦੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿੰਦੇ ਪੁੱਤਰ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਕਾਹਦਾ ਪੈਦਾ ਹੋਇਆ, ਉਹਨੇ ਦੁਨੀਆ ਤੇ ਆ ਕੇ ਕੀ ਵੇਖਿਆ। ਪਰ ਚੱਖ ਛੋਡੀ ਸਹਿਸਾ ਨਹੀਂ ਕੋਏ। ਜਿਸ ਮਹਾਂਪੁਰਖ ਦੀ ਯਾਦ ਵਿੱਚ ਅੱਜ ਆਪਾਂ ਜੁੜੇ ਹਾਂ, ਉਹਨਾਂ ਨੇ ਇਸ ਸੰਸਾਰ ਨੂੰ ਵੇਖਿਆ, ਕੇਵਲ ਜਾ ਕੇ ਉੱਥੇ ਉਚੇਰੀ ਵਿਦਿਆ ਪ੍ਰਾਪਤ ਨਹੀਂ ਕੀਤੀ, ਉੱਥੇ ਆਪਣੇ ਸਰੂਪ ਦੀ ਪਹਿਚਾਣ ਦੀ ਇੱਕ ਲੜਾਈ ਵੀ ਲੜੀ ਹੈ। ਗੁਰੂ ਕਲਗੀਧਰ ਪਿਤਾ ਦੇ ਬਖਸ਼ੇ ਹੋਏ ਇਸ ਤਾਜ ਦਸਤਾਰ ਨੂੰ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਸਥਾਪਿਤ ਕੀਤਾ ਹੈ। ਆਪਣਾ ਸਰੂਪ ਨਹੀਂ ਬਦਲਿਆ, ਸਗੋਂ ਉਹਨਾਂ ਲੋਕਾਂ ਦੇ ਵਿੱਚ ਦੱਸਿਆ ਕਿ ਇੱਕ ਸਿੱਖ ਦੀ ਪਹਿਚਾਣ ਕੀ ਹੈ। ਮੇਰੇ ਤੋਂ ਪਹਿਲਾਂ ਜਿਹੜੇ ਨਾਂ ਗਿਣ ਕੇ ਦੱਸੇ ਗਏ ਨੇ ਉਹ ਸਾਰੇ ਇਹੋ ਹੀ ਸਨ। ਅੱਜ ਬਾਹਰਲੇ ਮੁਲਕਾਂ ਦੇ ਵਿੱਚ ਕਿੱਡੇ ਮਾਣ ਦੇ ਨਾਲ ਟਰੂਡੋ ਕਹਿੰਦਾ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਉਹਨੂੰ ਦੱਸਣਾ ਚਾਹੁੰਦਾ ਹੈ कि ये सिख भाई हमारे इंडिया से हैं, वो कहता मोदी जी क्या बताओगे, मेरी मिनिस्ट्री में तो 4 मंत्री हैं। वो तो मतलब सी तू अपना फिक्र कर तू जाके अपने मंत्रालय नूं सुधार, इत्थे ते 4 मंत्री ने। असी इन्ना बिलीव करते हैं सरदारां सिखां दे उपर। अज जरूरत इस गल दी है
कि जिनका दिन मनाते हो तिनका इरशाद भी समझो, जिनका दिन मनाते हो तिनकी बात भी समझो। अमीर परिवार विच पैदा होना, सन 1900 दे विच वकालत भी कर लैनी, MA भी कर लैनी, फिर अमेरिका दीयां यूनीवर्सिटियां विच जाके उचेरी विद्या प्राप्त करनी। नहीं तो मैं आप जी नूं बेनती करा, पहली निशानी पढ़े लिखे दी दाढ़ी कट्टी हुई, ते दूजी निशानी पता की है? दूजी निशानी है भी दो सरदार ना 2 मिनट नहीं जे कढ़दे, अंग्रेजी बोलन लग पैंदे। एक प्रचारक इत्थे भी आ गया सज्जन, दे अंग्रेजी ते अंग्रेजी, दे अंग्रेजी ते अंग्रेजी। कथा करके हटिया, मैं क्या भी मैं तो रोज ताबिया बह के मैं तो कमला, मैं तो कहना जी घर च भी पंजाबी बोलो, तो तू सजणा अंग्रेजी गुरुद्वारे च शुरू कर देती है। अंग्रेजी नाल सिखां दी दुश्मनी थोड़ा है कोई, पर सवाल है भी साडी मां बोली का की होएगा। दास बेनती कर रहा सी, ये 3 शब्द ने जिन्हों इन्हां महापुरखों के विचों असीं वेख सकते हैं। और अज इस संस्था के जिहड़े मुख संचालक ने संत बाबा इकबाल सिंह, शायद स्वस्थ ठीक होवे, अज आए नहीं हो, नहीं तो मैं रकाबगंज साहब वेखदा हुंदा सी भी सवेरे अमृत वेले तो बैठना और शाम तक गुरु की गोद विच बहना ताबिया। नहीं तो अज का जिहड़ा संत है ना, वो थोड़ा जिहा महाराज तो दूर बहिंदा है दूजे कमरे विच, ताकि लोग आके बड़े बेफिक्री जी नाल बड़े रिलैक्स जे होके उन्होंने मत्था टेक सकन। देखो संत शब्द का अपने आप में सत्कार है, उन्होंने किसी मत्थे टेकण की टकाउण की लोड़ नहीं हैगी। उहदी वडियाई रब दे घर विच लिखी हुई है, उहदी वडियाई इस पोथी परमेश्वर के थान विच लिखी हुई है। जिहदी वडियाई गुरु ग्रंथ साहब करे, दसो ओहदा होर इस तो वड्डा की ओहदे धन भाग हो सकते हैं जी। दास रोज शाम नूं इत्थे इतिहास की कथा करदा है। कुछ गुरसिख जिन्हां दा विशेष करके उस कथा विच नाम आउंदा है, तो फिर मैं बेनती करदा हुन्ना कि दसो है कोई दुनिया का अमीर आदमी जिहड़ा गुरु नानक दे घर विच अपने किसी वड्डे दा बजुर्ग दा नाम लिखा सकदा होवे? मैं बेनती करा, ये भेद ना जानो मूल साईं जिहे आ संत बाबा हरनाम सिंह जी रामपुर खेड़े वाले। वो संत जेड़े संत किसी मंजिल ते मुकाम ते पहुंचे ने, और ये एक गल की सुधाई कर लेना, 11 भट्ट गुरु अर्जन देव पिता महाराज दे हजूर आउंदे ने, और वो आके की कहंदे ने, कहंदे महाराज तुहाडे कोल आए हैं, ठंड पै गई है, क्योंकि जिस मिले मन होए आनंद सो सतगुर कही है। मन की दुबदा बिनस जाए हर परम पद लही है। ते गुरु अर्जन साहब पिता महाराज कहन लगे, भाई आए कित्थों? दसिया उन्होंने, असी भट्ट हाँ, असी रब दे कवि हाँ,
ਅਸੀਂ ਸੱਚ ਦੇ ਮੁਤਲੈਸ਼ੀ ਹਾਂ, ਸੱਚ ਦੇ ਢੁੰਡਾਊ ਹਾਂ। ਪਰ 1 ਸਾਲ ਹੋ ਗਿਆ, ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ। ਸੰਤ ਲੱਭਣ ਤੁਰੇ ਸਾ, ਸਾਧੂ ਮਿਲੇ, ਕੋਈ ਇੱਕ ਲੱਤ ਤੇ ਖਲੋਤਾ ਮਿਲਿਆ, ਕੋਈ ਪੁੱਠਾ ਲਟਕਿਆ ਮਿਲਿਆ, ਕੋਈ ਪਾਣੀ ਵਿੱਚ ਬੈਠਾ ਮਿਲਿਆ, ਕੋਈ ਅੱਗ ਦੀ ਧੂਣੀ ਤਾ ਕੇ ਬੈਠਾ ਮਿਲਿਆ। ਸਾਧ ਬਹੁ ਤੇਰੇ ਡਿੱਠੇ, ਸਾਧੂ ਬੜੇ ਮਿਲੇ ਨੇ ਜਿਹੜੇ ਅਜੇ ਸਾਧਨਾ ਕਰ ਰਹੇ ਨੇ। ਇਸ ਮੰਜ਼ਿਲ ਦੀ ਵੀ ਇੱਕ ਸਾਧਨਾ ਹੈ। ਕਹਿੰਦੇ ਸਾਧੂ ਬਹੁਤ ਮਿਲੇ ਨੇ, ਸੰਨਿਆਸੀ, ਤਪੱਸੀਏ, ਮੁਖੋਂ ਇਹ ਪੰਡਤ ਮਿੱਠੇ। ਬਰਸ ਏਕ ਹੋਂ ਫਿਰਿਓ, ਕਿਨੇ ਨੈ ਪਰਚੋ ਲਾਇਓ, ਕਹਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਏ। ਗੱਲਾਂ ਸੁਣੀਆਂ ਤੇ ਤਾਰੇ ਤੋੜ ਲਿਆਏ, ਪਰ ਜਦੋਂ ਰਹਿਤ ਦੀ ਵਾਰੀ ਆਈ ਤੇ ਕੁਛ ਵੀ ਨਾ। ਜਦੋਂ ਰਹਿਤ ਦੀ ਵਾਰੀ ਆਈ, ਜਦੋਂ ਕਮਾਣੀ ਦੀ ਵਾਰੀ ਆਈ, ਜਦੋਂ ਕਰਨੀ ਦੀ ਵਾਰੀ ਆਈ, ਕਥਨੀ ਹੈ ਸੀ, ਕਰਨੀ ਕੋਈ ਨਹੀਂ ਸੀ। ਪਰ ਸਤਿਗੁਰੂ ਤੇਰੇ ਹਜੂਰ ਆਏ ਆ, ਤੁਹਾਡੇ ਦਰਸ਼ਨ ਕਰਕੇ, ਕਿ ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਾਰ। ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਸਾਨੂੰ ਇਸ ਰਸਤੇ ਤੇ ਤੁਰਨ ਵਾਲੇ ਬਹੁਤ ਮਿਲਣਗੇ, ਪਰ ਜਿਹੜੇ ਪੁੱਗੇ ਹੋਏ ਮਿਲਣਗੇ ਸਾਨੂੰ, ਜਦੋਂ ਤੁਸੀਂ ਉਹਨਾਂ ਦੀ ਘਾਲਣਾ ਨੂੰ ਪੜੋਗੇ ਤੇ ਤੁਹਾਨੂੰ ਬਹੁਤ ਕੁਝ ਆਪਸ ਵਿੱਚ ਮਿਲਦਾ ਜੁਲਦਾ ਹੋਏਗਾ। ਇਸੇ ਕਰਕੇ ਜਿਹੜੀ ਧਰਮ ਹੈ ਨਾ, ਧਰਮ ਦੇ ਬਾਰੇ ਇੱਕ ਗੱਲ ਸਮਝਾਈ ਜਾਂਦੀ ਹੈ ਕਿ ਇਹ ਕੋਈ ਕਿਸੇ ਨੂੰ ਵਿਰਾਸਤ ਵਿੱਚ ਨਹੀਂ ਦੇ ਸਕਦਾ। ਧਰਮ ਐਵੇਂ ਹੈ ਜਿਵੇਂ ਸੰਗੀਤ ਹੈ। ਜਿੰਨਾ ਵੱਡਾ ਮਰਜੀ ਕੋਈ ਸ਼ਾਸਤਰੀ ਬਾਪ ਹੋਵੇ, ਸੰਗੀਤ ਦਾ ਸ਼ਾਸਤਰੀ ਕੋਈ ਪਿਤਾ ਹੋਵੇ, ਜੇ ਉਹਦੇ ਪੁੱਤਰ ਨੇ ਵੀ ਸੰਗੀਤ ਦੇ ਸ਼ਾਸਤਰੀ ਬਣਨਾ ਹੈ ਤੇ ਉਹਨੂੰ ਉਸੇ ਹੀ ਸੁਰਾਂ ਦੇ ਉੱਪਰ ਹੱਥ ਰੱਖਣਾ ਪਵੇਗਾ। ਉਹੀ ਸਾ ਰੇ ਗਾ ਮਾ ਪਾ ਧਾ ਨੀ, ਉੱਥੋਂ ਹੀ ਸ਼ੁਰੂ ਕਰਨਾ ਹੋਵੇਗਾ। ਧਰਮ ਸਾਰਿਆਂ ਦੇ ਵਾਸਤੇ ਇੱਕੋ ਜਿਹਾ ਹੈ। ਕੋਈ ਹਿੰਦੁਸਤਾਨੀ ਹੋਵੇ, ਕੋਈ ਪਾਕਿਸਤਾਨੀ ਹੋਵੇ, ਕੋਈ ਅਮੀਰ ਹੋਵੇ, ਕੋਈ ਗਰੀਬ ਹੋਵੇ, ਧਰਮ ਦੇ ਨਿਯਮ ਉਪ ਨਿਯਮ ਸਾਡੇ ਸਾਰਿਆਂ ਤੇ ਲਾਗੂ ਹੁੰਦੇ ਨੇ। ਜਦੋਂ ਗੁਰੂ ਕਲਗੀਧਰ ਪਿਤਾ ਦੀ ਵੀ ਮਰਿਆਦਾ ਭਾਈ ਨੰਦ ਲਾਲ ਸਾਹਿਬ ਜੀ ਨੇ ਦੱਸੀ ਹੈ ਨਾ, ਉੱਥੇ ਇਸ ਗੱਲ ਦਾ ਵਿਸ਼ੇਸ਼ ਕਰਕੇ ਜ਼ਿਕਰ ਕੀਤਾ ਹੈ ਕਿ ਹਰਗਿਜ਼ ਨਾ ਬਾਸ਼ਦ ਈ ਪੰਜ ਮੁਆਫ। ਮਤਾ ਕੋਈ ਕਹਿ ਦੇਵੇ ਜੀ ਮੈਂ ਅਮੀਰ ਹੋ ਗਿਆ ਜੀ, ਮੈਨੂੰ ਕਿਰਪਾਨ ਤੋਂ ਮਾਫੀ ਦੇ ਦਿਓ ਜੀ, ਕਸ਼ਹਿਰੇ ਤੋਂ ਮਾਫੀ ਦੇ ਦਿਓ ਜੀ। ਕੋਈ ਕਹੇ ਜੀ ਮੈਂ ਬਹੁਤਾ ਪੜ੍ਹ ਲਿਖ ਗਿਆ ਜੀ, ਮੈਨੂੰ ਕੜੇ ਕੰਗੇ ਤੋਂ ਮਾਫੀ ਦੇ ਦਿਓ ਜੀ, ਮੈਨੂੰ ਕੇਸਾਂ ਤੋਂ ਮਾਫੀ ਦੇ ਦਿਓ ਜੀ। ਉਹ ਕਹਿੰਦੇ ਨਹੀਂ ਹੋ ਸਕਦੀ। ਜਦੋਂ ਤੁਸੀਂ ਇਹਨਾਂ ਸਾਰੇ ਮਹਾਂਪੁਰਖਾਂ ਦਾ ਜੀਵਨ ਪੜ੍ਹੋਗੇ ਤਾਂ ਫਿਰ ਸਾਨੂੰ ਸਮਝ ਆਵੇਗੀ ਕਿ ਸਾਰਿਆਂ ਨੇ ਇਹ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਰਸਤਾ ਸਭ ਨੇ ਇਹੀ ਅਪਣਾਇਆ। ਬਹੁਤੇ ਬੋਲਣ ਵਾਲਾ ਰਸਤਾ ਧਰਮੀ ਮਨੁੱਖ ਦਾ ਨਹੀਂ ਹੈ। ਹੰਕਾਰ ਵਾਲਾ ਰਸਤਾ ਧਰਮੀ ਪੁਰਖ ਦਾ ਨਹੀਂ ਹੈ। ਲਾਲਚ ਵਾਲਾ ਰਸਤਾ ਧਰਮੀ ਪੁਰਖ ਦਾ ਨਹੀਂ ਹੈ।
ਮੋਹ ਮਮਤਾ ਦੇ ਵਿੱਚ ਗਵਾਚੇ ਰਹਿਣਾ ਇਹ ਧਰਮੀ ਪੁਰਖ ਦਾ ਰਸਤਾ ਨਹੀਂ ਹੈ ਭਾਈ। ਸਗੋਂ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਜੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ। ਇੱਕ ਔ ਘਟ ਘਾਟੀ RAM ਕੀ ਤੇ ਚੜ ਰਹੇ ਹੋ ਕਬੀਰ। ਕਰਮਕਾਂਡੀ ਰਸਤੇ ਤੇ ਤਾਂ ਸਾਰੀ ਦੁਨੀਆ ਤੁਰੀ ਜਾਂਦੀ ਹੈ। ਜਿਹੜਾ ਕਰਮਕਾਂਡੀ ਰਸਤਾ ਹੈ ਨਾ, ਕਿ ਤੁਸੀਂ ਨਦੀ ਵਿੱਚ ਜਾਓ ਜੀ, ਉੱਥੇ ਤਾਂਬੇ ਦੇ ਪੈਸੇ ਸੁੱਟ ਦਿਓ ਜੀ, ਤੁਸੀਂ ਘਰ ਦਾ ਮੂੰਹ ਇੱਧਰ ਨੂੰ ਬਣਾ ਲਓ ਜੀ, ਰਸੋਈ ਤੋੜ ਕੇ ਇੱਧਰ ਨੂੰ ਬਣਾ ਲਓ ਜੀ, ਇਸ ਰਸਤੇ ਸਾਰੀ ਦੁਨੀਆ ਤੁਰਦੀ ਹੈ। ਪਰ ਜਿਹੜਾ ਰਸਤਾ ਧਰਮ ਦਾ ਰਸਤਾ ਹੈ ਉਹ ਇੱਕੋ ਹੀ ਹੈ। ਉਹ ਹੈ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਹੁਣ ਤੁਸੀਂ ਕੋਸ਼ਿਸ਼ ਕਰਕੇ ਵੇਖ ਲਓ ਭਾਈ, ਅਗਰ ਤੁਸੀਂ ਹਰੀ ਦਾ ਨਾਮ ਜਪਣਾ ਚਾਹੁੰਦੇ ਹੋ ਤਾਂ ਫਿਰ ਇਸ ਦੁਨੀਆ ਦੀ ਚਮਕ ਦਮਕ ਦੇ ਵਿੱਚੋਂ ਤੁਹਾਨੂੰ ਆਪਣੇ ਆਪ ਨੂੰ ਦੂਰ ਕਰਨਾ ਹੋਏਗਾ। ਅਗਰ ਤੁਸੀਂ ਨਿਰਮਲ ਕਰਮ ਕਰਨੇ ਨੇ, ਡਾਕਟਰ ਰਵਿੰਦਰ ਨਾਥ ਟੈਗੋਰ ਹੋਰਾਂ ਨੇ ਜਿਹੜੀ ਗੱਲ ਕਹੀ ਹੈ, ਕਹਿੰਦੇ ਜਦੋਂ ਤੁਸੀਂ ਕਹਿਣਾ ਹੈ ਆਓ ਕੰਮ ਕਰੀਏ, ਤੇ ਇੱਕ ਗੱਲ ਦੇ ਲਈ ਸੁਚੇਤ ਹੋ ਜਾਣਾ ਕਿ ਕੀ ਸਜ਼ਾ ਭੁਗਤਣ ਲਈ ਤਿਆਰ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਜਿੰਨੀਆਂ ਸਜ਼ਾਵਾਂ ਧਰਮ ਦੀ ਦੁਨੀਆ ਵਿੱਚ ਦਿੱਤੀਆਂ ਗਈਆਂ, ਸੰਸਾਰ ਦੇ ਵਿੱਚ ਕੋਈ ਹੋਰ ਤੁਹਾਨੂੰ ਕੋਈ ਉਦਾਹਰਣ ਨਹੀਂ ਮਿਲੇਗੀ। ਬੇਸ਼ੱਕ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕਰੀਏ, ਬੇਸ਼ੱਕ ਗੁਰੂ ਅਰਜਨ ਦੇ ਪਿਤਾ ਮਹਾਰਾਜ ਦੇ ਉਸ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਸਤਿਗੁਰੂ ਦਾ ਜ਼ਿਕਰ ਕਰੀਏ, ਕਦੇ ਕਿਸੇ ਰਾਜੇ ਨੇ ਦੂਜੇ ਰਾਜੇ ਨੂੰ ਤੱਤੀ ਤਵੀ ਤੇ ਬਿਠਾਇਆ? ਨਹੀਂ ਬਿਠਾਇਆ। ਭਗਤ ਕਬੀਰ ਜੀ ਹੋਰਾਂ ਨੂੰ ਇੱਕ ਕੱਪੜੇ ਦੇ ਵਿੱਚ ਐਵੇਂ ਬੰਨ੍ਹ ਦਿੱਤਾ ਗਿਆ ਜਿਵੇਂ ਪੰਡ ਬੰਨੀ ਦੀ ਹੈ, ਫੁੱਟਬਾਲ ਬਣਾ ਦਿੱਤਾ ਹੈ, ਗੰਗਾ ਵਿੱਚ ਸੁੱਟ ਦਿੱਤਾ ਹੈ। ਕਹਿੰਦੇ ਕੌਣ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਹੁਣ ਪੁੱਛਿਆ ਜਾਏ ਵੀ ਇਹ ਸੰਤ ਕੋਲੋਂ ਕਿਹੜੀ AK-47 ਮਿਲੀ ਹੈ ਜੀ? ਇਹ ਤਾਂ ਸੰਤ ਹੈ, ਦੱਸੋ ਇਹਦੇ ਕੋਲੋਂ ਕਿਹੜੇ ਹਥਿਆਰ ਮਿਲ ਗਏ ਤੁਹਾਨੂੰ ਭਾਈ ਕਿ ਤੁਸੀਂ ਇਹਦੀ ਪੰਡ ਬੰਨ ਕੇ ਇਸ ਨੂੰ ਹਾਥੀ ਅੱਗੇ ਸੁੱਟ ਦਿੱਤਾ ਵੀ ਇਹਦੇ ਨਾਲ ਐਵੇਂ ਖੇਡੋ ਜਿਵੇਂ ਖੇਡੀ ਦੀ ਹੈ। ਅਸਲ ਸੱਚ ਇਹ ਹੈ, ਇਹ ਰਸਤਾ ਔਖਾ ਰਸਤਾ ਹੈ। ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਉਹ ਇੱਕ ਗੱਲ ਦਾ ਜ਼ਿਕਰ ਕਰਦੇ ਸਨ। ਕਹਿੰਦੇ ਮੇਰੇ ਕੋਲ ਕੋਈ ਨੌਜਵਾਨ ਆ ਗਿਆ, ਕਹਿਣ ਲੱਗਾ ਬਾਬਾ ਜੀ ਮੈਨੂੰ ਆਪਣੇ ਕੋਲ ਰੱਖ ਲਓ। ਕਹਿਣ ਲੱਗੇ ਭਾਈ ਰਹਿ ਲਾ, ਮੈਂ ਬਾਬਾ ਜੀ ਤੁਹਾਡੇ ਵਰਗਾ ਬਣਨਾ ਚਾਹੁੰਦਾ। ਹੁਣ ਬਾਬਾ ਜੀ ਥੋੜੇ ਜਿਹੇ ਪਰੇਸ਼ਾਨ ਹੋਏ ਵੀ ਇਹ ਕੀ ਕਹਿ ਰਿਹਾ ਹੈ। ਕਹਿੰਦੇ ਵੇਖ ਭਾਈ, ਜੇ ਤੇ ਤੂੰ ਮੇਰੇ ਵਰਗਾ ਬਣਨਾ ਹੈ ਤਾਂ ਮੇਰੇ ਕੱਪੜੇ ਪਏ ਨੇ ਤੂੰ ਪਾ ਲੈ, ਮੇਰੇ ਵਰਗਾ ਚੋਲਾ ਪਾ ਲੈ, ਮੇਰੇ ਵਰਗਾ ਕਸ਼ਹਿਰਾ ਪਾ ਲੈ, ਮੇਰੇ ਵਰਗਾ ਸਿਰ ਤੇ ਦਮਾਲਾ ਸਜਾ ਲੈ, ਬਣ ਗਿਆ ਮੇਰੇ ਵਰਗਾ। ਪਰ ਜੇ ਤੂੰ ਮੇਰੇ ਵਰਗਾ ਹੋਣਾ ਚਾਹੁੰਦਾ ਹੈ ਤਾਂ ਫਿਰ ਏਦਾਂ ਕਰ ਵੀ ਅੰਦਰ ਚਲੇ ਜਾ ਵੇਖ। ਫਿਰ ਹੱਥ ਜੋੜ ਕੇ ਖਲੋ ਗਿਆ, ਕਹਿਣ ਲੱਗਾ ਜੀ ਇਹ ਤੇ ਔਖਾ ਕੰਮ ਹੈ। ਅੱਜ ਹੋ ਇਸੇ ਤਰ੍ਹਾਂ ਹੀ ਰਿਹਾ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਚੱਡਾ ਸਾਹਿਬ ਨੂੰ, ਸੰਤਾਂ ਮਹਾਂਪੁਰਖਾਂ ਦੇ ਅੱਗੇ ਮੇਰਾ ਨਹੀਂ ਸਾਰੇ ਪੰਥ ਦਾ ਹੀ ਸਿਰ ਝੁਕਦਾ ਹੈ। ਉਹਨਾਂ ਨੇ ਆਪਣੀ ਕਰਨੀ ਨਾਲ, ਉਹਨਾਂ ਨੇ ਆਪਣੀ ਕਮਾਈ ਨਾਲ ਸਿੱਖੀ ਨੂੰ ਦੇਸ਼ਾਂ ਤੋਂ ਵਿਦੇਸ਼ਾਂ ਤੱਕ ਪਹੁੰਚਾਇਆ। ਪਰ ਅੱਜ ਉਹਨਾਂ ਨੂੰ ਮੰਨਣ ਵਾਲਿਆਂ ਦੇ ਵਿੱਚ ਇੱਕ ਕਮੀ ਜ਼ਰੂਰ ਹੈ। ਪਤਾ ਕੀ ਹੈ
कि वो अपने संत नूं प्रचारदियां वो ये गल भुल जाते ने कि इहदे विचों गुरु मनफी हो गया। बस सानू इन्ना ध्यान रखना चाहिए। मैं छोटी जी उदाहरण दिया बाबा नंद सिंह जी की। बाबा नंद सिंह जी ने की कीता? धन श्री गुरु ग्रंथ साहब महाराज नूं प्रगट गुरां की दे मन के अपने जीवन विच पूजिया। है कोई ऐसा भाई जिहड़ा रात नूं महाराज दा स्वरूप लैके टहल कदमी करे ते कोई पुछे की करदे हो ते कवे कि मैं अपने गुरु नूं सैर कराउणा? भगत कबीर जी दे बारे एक कथा आउंदी है कि उन्हां दे घर कहंदे कुत्ता आया तो छिकू दे विचों रोटी चुक के ते भज गया ते मगर भगत कबीर जी घ्यो वाला कुजा लैके तुर पे। ते किसी ने पूछया कि कबीर जी किधर चले हो? कहते भाई एक कुत्ता आया सी, वो छिकू विचों रोटी चुक के लै गया, तो रोटी सुकी है खाएगा किवें? ते मैं मगर घ्यो लैके तुरया जाना भी चोपड़ दवा शायद थोड़ी मुलायम हो जाए तो खा सके। इस कथा की ब्लैकमेलिंग बड़ी हुई है भी वेखो जी महापुरखों वाल उन्होंने तो जी कुत्तियां च भी रब नजर आउंदा है, पर मैनू खिमा करना वो भगत कबीर नूं आउंदा है। जो मेरे वर्गे की गल करोगे तो मेरे वर्गे नूं ते अपने माँ प्यो चों भी नहीं नजर आउंदा। किते भुल भुलेखे सारी जायदाद दे देवे ना माँ प्यो बच्चियां नूं ते मेरे वर्गा माँ प्यो नूं भी जाके आश्रम च छड्ड आउंदा है। पहला उस अवस्था के अधिकारी बणीए। भगत कबीर की अवस्था है, ये कोई झूठ नहीं, कुत्ते विच भी रब है। पर मेरे वर्गे नूं पढ़ा रहे हो जिन्होंने प्यो चो रब नजर नहीं आता। मैनू अपना प्यो बुढ़ा नजर आता है, अपनी मां खाऊ खाऊ करदी नजर आती है। तुसीं मैनू कहो जी कुत्ते च रब हुंदा है, तोबा मेरे बाप दी बई। मैं तो अपने मां प्यो च रब वेखण लई तैयार नहीं। वो संत बाबा नंद सिंह जी होरी सन जिन्हों ने गुरु ग्रंथ साहब जी नूं हाजिर जाने है। वो संत अतर सिंह जी सन जिहड़े कदे सतलुज दा दरिया नहीं सी पार करते, अपनी जीप रोक के गड्डी रोक के इशनान करते सी। ते जे पुछना सेवकां ने भी बाबा जी हुण इशनान करके तुरे आ, कहंदे तुहानूं नहीं पता इस वो दरिया है जिहदे विच मेरे गुरु कलगीधर पिता इशनान करया करदे सी। हुण इहनूं अंध विश्वास कहिए, इहनूं कहानियां कहिए सी, ये ते एक अवस्था है भाई कि तुहानूं अज भी सतलुज दरिया उवें ही नजर आउंदा है कि कदे छोटी अवस्था विच बाबा अपने होर भरावां दे नाल चाचे तायां दे पुत्रां दे नाल गुरु कलगीधर पिता जाके जल विच क्रीड़ा करया करदे सी, जल दीयां पानी दीयां खेडां खेडिया करदे सी। ये अवस्था संत अतर सिंह जी होरां दी है। ये भाई कन्हैये दी अवस्था है कि उन्होंने दुश्मन नजर नहीं आता, उन्होंने दुश्मन दे विचों भी गुरु कलगीधर पिता नजर आता है। ये बाबा नंद सिंह जी की अवस्था है कि उन्होंने मेरे सतगुरु पिता हाजर नाजर सतगुरु नजर नहीं आते। और यह भी सच है कि जिन नानक सतगुर पूजिया तिन हर पूज करावा। जे उन्होंने हाजर नाजर सतगुरु जान के ये पूजा की है तो अज तुसीं वेखो उन्हां दे नाम तो किहड़ा मुल्क है जिथे अस्थान नहीं बन गए। अज किन्ने उन्हां तो वरसाए तिन पिछे होर खाए कनेरी। ये संत बाबा तेजा सिंह जी होरां दी कमाई है, उन्हां दी घालना है कि एक छोटे जे पौधे दे थल्लेओं किथे जाके उन्होंने जंगल दे विच मंगल लाया। अज एडा वड्डा एक ट्रस्ट जिहड़ा गुरु कलगीधर पातशाह महाराज के स्थान ते गुरु कांशी एक यूनीवर्सिटी बना रहे हैं।
ਉਹਨਾਂ ਦਾ ਸਮਰਪਣ, ਆਪਣੇ ਕਾਜ ਦੇ ਪ੍ਰਤੀ ਉਹਨਾਂ ਦੀ ਨਿਸ਼ਠਾ, ਉਹਨਾਂ ਦੀ ਇਮਾਨਦਾਰੀ। ਦੇਖੋ, ਜਿਸ ਘਰ ਵਿੱਚ ਤੁਸੀਂ ਬੈਠੇ ਹੋ ਨਾ, ਇੱਥੇ ਇੱਕ ਪਾਠ ਰੋਜ਼ ਪੜਾਇਆ ਜਾਂਦਾ ਹੈ ਕਿ ਮੁਰਾਦ ਤੇਰੇ ਮੂੰਹ ਦੇ ਸ਼ਬਦਾਂ ਨੂੰ ਨਹੀਂ ਮਿਲਣੀ, ਮੁਰਾਦ ਤੇਰੀ ਨੀਅਤ ਨੂੰ ਮਿਲਣੀ ਹੈ। ਸਵਾਲ ਹੈ ਕਿ ਅਸੀਂ ਕਿਸ ਨੀਅਤ ਨਾਲ ਮੰਗਦੇ ਆ, ਕਿਸ ਨੀਅਤ ਨਾਲ ਆ ਕੇ ਮੱਥਾ ਟੇਕਦੇ ਆ, ਕਿਸ ਨੀਅਤ ਨਾਲ ਅਸੀਂ ਬਾਣੀ ਪੜ੍ਹਦੇ ਆ। ਹੁਣ ਸਾਡੇ 'ਚ ਕਈ ਤੇ ਇਦਾਂ ਦੇ ਵੀ ਹੋਣਗੇ ਵੀ ਹਰ ਐਤਵਾਰ ਇਸੇ ਕਰਕੇ ਆਉਂਦੇ ਹੋਣਗੇ ਵੀ ਗੁਆਂਢੀਆਂ ਦਾ ਕੰਮ ਬੰਦ ਹੋ ਜਾਏ, ਤੇ ਹੋ ਜਾਏਗਾ। ਐਵੇਂ ਨਾ ਟਾਈਮ ਖਰਾਬ ਕਰਿਓ। ਇਸ ਗੁਰੂ ਨੇ ਆਪਣੇ ਘਰ ਦੀ ਮਰਿਆਦਾ ਇਹ ਬੰਨੀ ਹੈ ਕਿ ਇੱਥੇ ਦਿਹਾੜੀ ਵਿੱਚ ਇੱਕ ਵਾਰ ਨਹੀਂ, ਵਾਰ-ਵਾਰ ਕਿਹਾ ਜਾਂਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਆ ਕੇ ਕਿਸੇ ਦਾ ਬੁਰਾ ਮੰਗ ਕੇ ਤੁਸੀਂ ਕੀ ਲੈ ਜਾਓਗੇ ਜੀ? ਇਹ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਤੁਸੀਂ ਆਪਣੀ ਸੁੱਖ ਮੰਗਣ ਆਓਗੇ, ਜ਼ਰੂਰ ਹੋ ਜਾਏਗੀ। ਆਪਣਾ ਭਲਾ ਮੰਗਣ ਆਓਗੇ, ਤੁਹਾਨੂੰ ਮਿਲ ਜਾਏਗਾ। ਆਪਣੇ ਜੀਵਨ ਦੀ ਵ੍ਰਿੱਧੀ ਮੰਗਣ ਆਓਗੇ, ਮਿਲ ਜਾਏਗੀ। ਪਰ ਦੂਜੇ ਦਾ ਸਤਿਆਨਾਸ਼ ਮੰਗਣ ਆਓਗੇ, ਕੁਝ ਨਹੀਂ ਹੋਏਗਾ। ਕਾਹਨੂੰ ਆਪਣਾ ਸਮਾਂ ਖਰਾਬ ਕਰਨਾ? ਘੱਟੋ ਘੱਟ ਇਸ ਘਰ ਦੇ ਵਿੱਚ ਤਾਂ ਇਸ ਭਾਵਨਾ ਨਾਲ ਕਦੇ ਨਾ ਆਇਓ ਭਾਈ। ਇਸ ਘਰ ਦਾ ਜਿਹੜਾ ਪਾਠ ਹੈ ਨਾ, ਉਹ ਇਹੀ ਹੈ ਕਿ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਇਹ ਬਾਬਾ ਫਰੀਦ ਦਾ ਮੀਲ ਪੱਥਰ ਹੈ। ਆਪਣੇ ਆਪ ਨੂੰ ਸਵਾਰੋ। ਰੱਬ ਕਹਿੰਦਾ ਫਿਰ ਆ ਕੇ ਮੈਨੂੰ ਮਿਲੋਗੇ, ਮੈਨੂੰ ਮਿਲੋਗੇ, ਸਾਰੇ ਸੁੱਖ ਹੋ ਜਾਣਗੇ। ਤੇ ਜਦੋਂ ਤੁਸੀਂ ਮੇਰੇ ਹੋ ਜਾਓਗੇ, ਇਹ ਸਾਰੀ ਦੁਨੀਆ ਤੁਹਾਡੀ ਹੋ ਜਾਏਗੀ। ਸ਼ਬਦ ਬੜਾ ਚੰਗਾ ਲੱਗਦਾ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਟੋਟ ਨਾ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆ, ਨਾ ਮੰਗੇ ਮੰਦਾ। ਅਸਲ ਵਿੱਚ ਇਹਦੀ ਕਮਾਈ ਕਰਨੀ ਸੀ, ਤੇ ਜਿਵੇਂ ਜਿਵੇਂ ਤੁਸੀਂ ਕਮਾਈ ਜਾਣਾ ਸੀ, ਤਿਵੇਂ ਤਿਵੇਂ ਇਹ ਅਰਥ ਤੁਹਾਡੀ ਜ਼ਿੰਦਗੀ ਵਿੱਚ ਪ੍ਰਗਟ ਹੁੰਦੇ ਤੁਰੇ ਜਾਣੇ ਸੀ ਭਾਈ। ਸੋ ਅੱਜ ਇੱਕ ਸੰਤ ਦੀ ਯਾਦ ਵਿੱਚ ਆਪਾਂ ਜੁੜੇ ਹਾਂ। ਉਹ ਸੰਤ ਬਾਬਾ ਤੇਜਾ ਸਿੰਘ ਜੀ ਵੀ ਹੋ ਸਕਦੇ ਨੇ, ਉਹ ਸੰਤ ਬਾਬਾ ਅਤਰ ਸਿੰਘ ਜੀ ਵੀ ਹੋ ਸਕਦੇ ਨੇ, ਉਹ ਸੰਤ ਬਾਬਾ ਈਸ਼ਰ ਸਿੰਘ ਜੀ ਵੀ ਹੋ ਸਕਦੇ ਨੇ। ਮੈਂ ਫਿਰ ਬੇਨਤੀ ਕਰਾਂ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਉਹ ਭਾਈ ਰਣਧੀਰ ਸਿੰਘ ਜੀ ਵੀ ਹੋ ਸਕਦੇ ਨੇ। ਦੁਨਿਆਵੀ ਵਿਦਿਆ ਦਾ, ਪੜ੍ਹਾਈ ਦਾ ਫਰਕ ਹੋ ਸਕਦਾ ਹੈ, ਪਰ ਜਦੋਂ ਧਰਮ ਦੀਆਂ ਕਮਾਈਆਂ ਦੀ ਗੱਲ ਆਏਗੀ, ਸਿਮਰਨ ਦੀ ਗੱਲ ਆਏਗੀ, ਬਾਣੀ ਦੀ ਗੱਲ ਆਏਗੀ, ਨਿਮਰਤਾ ਦੀ, ਸੱਤ ਦੀ, ਸੰਤੋਖ ਦੀ, ਤਿਆਗ ਦੀ, ਸੇਵਾ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਨਿਸ਼ਠਾ ਦੀ, ਤੇ ਤੁਹਾਨੂੰ ਲੱਗੇਗਾ ਕਿ ਨਹੀਂ, ਇਹ ਸਭ ਮਹਾਪੁਰਖ ਇੱਕੋ ਜਿੰਨੀ ਕਮਾਈ ਦੇ ਮਾਲਕ ਨੇ ਭਾਈ। ਭਾਵੇਂ ਉਹ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਕਿਉਂ ਨਾ ਹੋਣ, ਜਿਹੜੇ ਉਹਨਾਂ ਦੇ ਬਿਲਕੁਲ ਨੇੜੇ ਹੋ ਕੇ ਵਰਤੇ ਨੇ, ਉਹਨਾਂ ਦੇ ਵਾਸਤੇ ਮੈਂ ਸਮਝਦਾ ਕਿ ਬਿਲਕੁਲ ਨੇੜੇ ਦੀ ਉਦਾਹਰਨ ਹੈ। ਉਹ ਅਕਾਲ ਚਲਾਣਾ ਵੀ ਕਰ ਗਏ। ਕੋਈ 1.5-2 ਲੱਖ ਦਾ ਪਲੰਗ ਨਹੀਂ ਮਿਲਿਆ ਵੀ ਇੱਥੇ ਬਾਬਾ ਜੀ ਸੌਂਦੇ ਹੁੰਦੇ ਸੀ। ਕੋਈ ਕੀਮਤੀ ਗੱਡੀਆਂ ਨਹੀਂ ਲੱਭੀਆਂ ਵੀ ਇਹਨਾਂ ਵਿੱਚ ਬਾਬਾ ਜੀ ਟਰੈਵਲ ਕਰਦੇ ਹੁੰਦੇ ਸੀ। ਕੋਈ ਚਾਂਦੀ ਸੋਨੇ ਦੇ ਭਾਂਡੇ ਨਹੀਂ ਮਿਲੇ ਕਿ ਇਹਨਾਂ ਵਿੱਚ ਬਾਬਾ ਜੀ ਕਿਤੇ ਭੋਜਨ ਖਾਂਦੇ ਹੁੰਦੇ ਸੀ। ਜਿਨ੍ਹਾਂ ਮਹਾਂਪੁਰਖਾਂ ਦਾ ਅੱਜ ਅਸੀਂ ਨਾਮ ਲੈਂਦੇ ਹਾਂ, ਇਹ ਸਾਰੇ ਉਹ ਹੀ ਨੇ। ਆ ਜਿਹੜੇ ਟਰਨਓਵਰ ਵਾਲੇ ਨੇ ਨਾ, ਇਹਨਾਂ ਦਾ ਨਾਂ ਕਿਸੇ ਨਹੀਂ ਲੈਣਾ। ਆਪਾਂ ਭੁਲੇਖੇ 'ਚ ਵੀ ਵੱਡੀ ਗੱਡੀ ਵਾਲੇ ਬਾਬਾ ਜੀ ਆ ਗਏ ਜੀ, ਵੱਡੇ ਚੋਲੇ ਵਾਲੇ ਬਾਬਾ ਜੀ ਆ ਗਏ ਜੀ। ਇਹਨਾਂ ਦੇ ਭੋਗ ਇਹਨਾਂ ਨੇ ਪਾਉਣੇ ਨੇ, ਇਹਨਾਂ ਨੇ ਆਪਣੇ ਭੋਗ ਆਪੇ ਹੀ ਪਾ ਜਾਣੇ ਨੇ, ਇਹਨਾਂ ਆਪਣੀ ਗੱਲ ਆਪੇ ਹੀ ਮੁਕਾ ਜਾਣੀ ਹੈ। ਉਹ ਕਿਤੇ ਸੰਤ ਭਿੰਡਰਾਂ ਵਾਲੇ ਦਾ ਪੋਸਟਰ ਵੇਖ ਰਿਹਾ ਸੀ ਨਾ,
ਤੇ ਕਿਸੇ ਨੇ ਕਿਹਾ ਵੀ ਇਹ ਕੀ ਗੱਲ ਜੀ, ਇਹ ਲੋਕ ਇਹ ਫੋਟੋ ਮੁੱਲ ਖਰੀਦ ਰਹੇ ਨੇ। ਉਹ ਕਹਿੰਦੇ ਭਾਈ ਜਿਹੜੇ ਜੀਵਨ ਵਿੱਚ ਨਹੀਂ ਵਿਕਦੇ ਫਿਰ ਉਹਨਾਂ ਦੇ ਪੋਸਟਰ ਵਿਕਦੇ ਨੇ, ਜਿਹੜੇ ਜੀਵਨ 'ਚ ਵਿਕ ਜਾਂਦੇ ਨੇ ਫਿਰ ਉਹਨਾਂ ਦੀਆਂ ਫੋਟੋ ਨਹੀਂ ਵਿਕਦੀਆਂ। ਜਿਹੜੇ ਆਪ ਹੀ ਵਿਕ ਗਏ ਉਹਨਾਂ ਦੀ ਫੋਟੋ ਕਿਸੇ ਨੇ ਕੀ ਖਰੀਦਣੀ ਹੈ। ਜਿਹੜੇ ਆਪਣੀ ਜ਼ਿੰਦਗੀ ਵਿੱਚ ਨਹੀਂ ਵਿਕੇ ਉਹਨਾਂ ਦੀਆਂ ਫਿਰ ਤਸਵੀਰਾਂ ਵੀ ਵਿਕਦੀਆਂ ਨੇ, ਪਰ ਜਿਹੜੇ ਖੁਦ ਵਿਕ ਗਏ ਫਿਰ ਉਹਨਾਂ ਦੀਆਂ ਤਸਵੀਰਾਂ ਕੋਈ ਨਹੀਂ ਖਰੀਦਦਾ। ਉਹਨਾਂ ਦਾ ਨਾਮ ਕਿਹਨੇ ਲੈਣਾ ਹੈ? ਨਾਮ ਤੇ ਉਹਨਾਂ ਦਾ ਹੀ ਲਿਆ ਜਾਣਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਮਾਈਆਂ ਕੀਤੀਆਂ ਨੇ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ। ਫਿਰ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬਸ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਸਾਰਿਆਂ ਨੇ ਵਾਹਿਗੁਰੂ ਕਹਿਣਾ ਹੈ। ਇੰਨੇ ਏਕੜ ਦਾ ਆਸ਼ਰਮ ਬਣ ਗਿਆ ਜੀ, ਇੰਨੇ ਕਰੋੜ ਦੀ ਟਰਨਓਵਰ ਹੋ ਗਈ ਜੀ, ਐਡਾ ਵੱਡਾ ਉਹਨਾਂ ਨੇ ਜੀ ਇੱਕ ਵਪਾਰ ਦਾ ਇੱਕ ਨਾਂ ਖੜਾ ਕਰ ਦਿੱਤਾ ਹੈ ਜੀ। ਉਹਨਾਂ ਦਾ ਨਾਂ ਅਰਦਾਸ ਵਿੱਚ ਨਹੀਂ ਆਉਣਾ। ਆਪਾਂ ਨਾ ਭੁੱਲੀਏ ਭਾਈ, ਆਪਾਂ ਇਹਨਾਂ ਮਹਾਂਪੁਰਖਾਂ ਦੇ ਦਿਨ ਮਨਾਉਂਦੇ ਆ, ਇਸ ਗੱਲ ਨੂੰ ਚੇਤੇ ਰੱਖੀਏ ਕਿ ਇਹ ਉਹ ਮਹਾਂਪੁਰਖ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਮੱਥਾ ਟੇਕੀ ਹੈ। ਤੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਉਹਨਾਂ ਦੀ ਫਿਰ ਸੰਸਾਰ ਪੂਜਾ ਕਰਦਾ ਹੈ। ਅੱਜ ਉਹ ਉਸੇ ਸੰਦਰਭ ਵਿੱਚ ਅੱਜ ਇਹਨਾਂ ਮਹਾਂਪੁਰਖਾਂ ਨੂੰ ਅਸੀਂ ਯਾਦ ਕਰਨ ਵਾਸਤੇ ਇੱਥੇ ਇਕੱਤਰ ਹੋਏ ਹਾਂ। ਮੈਂ ਧੰਨਵਾਦੀ ਹਾਂ ਇਸ ਅਕਾਲ ਟਰਸਟ ਦਾ, ਵਿਸ਼ੇਸ਼ ਕਰਕੇ ਆਪਣੇ ਵੀਰ ਭਾਈ ਰਜਿੰਦਰ ਸਿੰਘ ਚੱਡਾ ਜੀ ਹੋਰਾਂ ਦਾ, ਜਿਨ੍ਹਾਂ ਨੇ ਭਾਵੇਂ ਸਾਰੀ ਸਮਾਂ ਵੰਡ ਹੋਈ ਸੀ, ਮੈਨੂੰ ਇਹ ਸਮਾਂ ਦਿੱਤਾ ਹੈ ਕਿ ਮੈਂ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਦੋ ਸ਼ਬਦ ਆਪ ਸੰਗਤ ਦੇ ਨਾਲ ਸਾਂਝੇ ਕਰ ਸਕਾਂ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।